अस्सलामुअलैकुम। वालेकुम सलाम जी। चाचा जान की हाल चाल है? शुक्र अल्लाह ਦਾ ठीक ठाक। ਚਾਚਾ ਜਾਨ ਅੱਜ ਅਸੀਂ ਕਿੱਥੇ ਬੈਠੇ ਹਾਂ? ਅਸੀਂ ਜੀ ਬੈਠੇ ਹਾਂ ਵਜ਼ੀਰਾਬਾਦ ਦੇ ਕੋਲ ਇੱਕ ਪਿੰਡ ਚੱਕਸਤੀਆ, ਅੱਛਾ ਲਾਡੋ ਦੀ ਪੂੜੀ ਦੇ ਕੋਲ। ਅੱਛਾ ਆਲਮਰੂਫ ਸੇਵੀਆਂ ਵਾਲਾ ਘਰ ਹੈ ਨਾ, ਅੱਛਾ ਉੱਥੇ ਬੈਠੇ ਹਾਂ। ਠੀਕ है। चाचा जान ਕੀ ਨਾਂ ਆਪਣਾ? ਮੇਰਾ ਨਾਮ ਗੁਲਾਮ ਸਰਵਰ ਹੈ। ਚਾਚਾ ਗੁਲਾਮ ਸਰਵਰ ਵੈਟਨਰੀ ਦੇ ਸ਼ੋਬੇ ਨਾਲ ਕਿੰਨੇ ਅਰਸੇ ਤੋਂ ਮੁੰਸਲਿਕ ਹੋ? ਮੈਂ ਜੀ 1987 ਚ ਮੁਲਾਜ਼ਮਤ ਸ਼ੁਰੂ ਕੀਤੀ ਸੀ ਅੱਛਾ ਤੇ 2017 ਦੇ ਰਿਟਾਇਰਮੈਂਟ ਲਈ। ਅੱਛਾ ਹੁਣ 30 ਰਿਟਾਇਰ? ਸਾਲ ਤੇ 1 ਮਹੀਨਾ ਨੌਕਰੀ ਕਰਕੇ ਮੈਂ ਰਿਟਾਇਰਮੈਂਟ ਲਈ। ਅੱਛਾ ਜੀ ਤੁਸੀਂ ਵੈਟਨਰੀ ਦੇ ਸ਼ੋਬੇ 'ਚ ਬਤੌਰ ਕਿਸ ਤਰ੍ਹਾਂ ਸਰਵਿਸ ਸਰ ਅੰਜਾਮ ਦੇ ਰਹੇ ਸੋ? ਮੈਂ ਨਾ ਐਜ਼ ਏ ਵੈਟਨਰੀ ਅਸਿਸਟੈਂਟ। ਅੱਛਾ ਮਾਸ਼ਾਅੱਲਾ। ਤੇ ਅੱਜ ਕੱਲ ਕੋਈ ਮਾਲਦਾਰੀ ਰੱਖੀ ਹੈ? ਜੀ ਅੱਜ ਕੱਲ੍ਹ ਬਸ ਥੋੜ੍ਹੇ ਜਿਹੇ ਜਾਨਵਰ ਰੱਖੇ ਜੇ, ਕੋਈ ਦੋ ਚਾਰ ਹੀ। ਅੱਛਾ ਆਪਣੇ ਤੌਰ ਤੇ। ਚਾਚਾ ਤੁਹਾਡੇ ਕੋਲੋਂ ਇੱਕ ਜਨਰਲ ਕੁਐਸਚਨ ਪੁੱਛਣਾ ਚਾਹਾਂਗੇ ਕਿ ਜਿਹੜੇ ਫਾਰਮਿੰਗ ਦੇ ਬੇਸ਼ੁਮਾਰ ਸ਼ੋਬੇ ਨੇ, ਮੋਟੇ ਤੇ ਨੇ ਮੁਰਗੀਆਂ ਦੀ ਫਾਰਮਿੰਗ, ਭੇਡਾਂ ਬੱਕਰੀਆਂ ਦੀ, ਮੱਝਾਂ ਗਾਵਾਂ ਦੀ, ਜੀ ਸਭ ਤੋਂ ਬਹੁਤਾ ਮੁਨਾਫਾ ਬਖਸ਼ ਕੰਮ ਕਿਹੜਾ ਹੈ? ਮੁਰਗੀਆਂ ਦਾ ਮੁਤਲਕ ਤੇ ਜੀ ਮੇਰਾ ਇਹਦਾ ਤਜਰਬਾ ਨਹੀਂ। ਅੱਛਾ ਤੇ ਮੱਝਾਂ ਗਾਵਾਂ ਦਾ ਮੁਤਲਕ ਮੈਂ ਤੁਹਾਨੂੰ ਦੱਸਾਂਗਾ। ਮੈਂ ਤੁਹਾਨੂੰ ਕੋਈ ਸ਼ੇਰ ਪੜ੍ਹ ਦੇਣਾ। ਅੱਛਾ ਊਠਾਂ ਵਾਲੇ ਸਦਾ ਕਰਜ਼ਾਈ ਤੇ ਮੱਝਾਂ ਵਾਲੇ ਅੱਧੇ, ਭੇਡਾਂ ਵਾਲੇ ਸਦਾ ਸੁਖਾਲੇ ਤੇ ਭਾਵੇਂ ਮਰ ਜਾਣ ਸਭੇ। ਅੱਛਾ ਠੀਕ ਹੈ ਜੀ। ਊਠ ਸਾਡੇ ਇਸ ਏਰੀਏ 'ਚ ਖਤਮ ਹੋ ਗਿਆ। ਅੱਛਾ ਇਹਨੂੰ ਅਸੀਂ ਨਾ ਸਹਰਾਈ ਘੋੜਾ ਆਂਦੇ ਸਾਂ। ਅੱਛਾ ਤੇ ਉਹਦੀ ਤੇ ਪੈਦਾਵਾਰੀ ਖਤਮ ਹੋ ਗਈ, ਉਹਦੀ ਮਸਰੂਫੀਅਤ ਖਤਮ ਹੋ ਗਈ, ਅੱਛਾ ਉਹਦਾ ਕੰਮ ਹੀ ਮੁੱਕ ਗਿਆ। ਅੱਛਾ ਬਾਕੀ ਰਹਿ ਗਈਆਂ ਮੱਝਾਂ। ਮੱਝਾਂ ਦਾ ਅੱਜ ਕੱਲ੍ਹ ਇੰਨੀਆਂ ਕਾਸਟਲੀ ਨੇ ਕਿ 2.5-3 ਲੱਖ 4 ਲੱਖ ਦੀ ਮੱਝ ਲੱਗਦੀ। ਅੱਛਾ ਉਹ ਅਗਰ ਫਾਰਮਰ ਉਹਨੂੰ 6 ਮਹੀਨੇ ਜਾਂ 7 ਮਹੀਨੇ 8 ਮਹੀਨੇ ਚੁੰਗ ਲੈਂਦਾ ਅੱਛਾ ਤੇ ਉਹ ਹਾਫ ਰੇਟ ਤੇ ਆ ਜਾਂਦੀ। ਅੱਛਾ ਕਿੰਨਾ ਉਹ ਵਿਚਾਰਾ ਉਹਦਾ ਮੁਨਾਫਾ ਕਮਾ ਲਏਗਾ। ਅੱਛਾ ਦੂਸਰੀ ਗੱਲ ਹੈ ਕਿ ਜਿਹੜੇ ਅਸੀਂ ਮਗਰ ਬੱਚੇ ਹੁੰਦੇ ਨੇ ਕੱਟੀਆਂ ਕੱਟੇ, ਅੱਛਾ ਉਹਨਾਂ ਦਾ ਧਿਆਨ ਹੀ ਨਹੀਂ ਕਰਦੇ। ਅੱਛਾ ਜਿਹਨੇ ਦੁੱਧ ਵੇਚਣਾ ਉਹਨੂੰ ਕੱਟੀ ਕੱਟੇ ਨੂੰ ਦੁੱਧ ਨਹੀਂ ਛੱਡਣਾ ਅੱਛਾ ਤੇ ਨਾ ਉਹਦੀ ਹਿਫਾਜ਼ਤ ਹੀ ਕਰਨੀ ਹੈ। ਮੈਂ ਸਰਦੀ ਗਰਮੀ ਦਾ ਧਿਆਨ ਰੱਖਣਾ, ਹੂੰ ਇਸ ਲਈ ਉਹ ਤੇ ਮਰ ਜਾਂਦੇ ਨੇ ਆਦ ਵਿੱਚ। ਅੱਛਾ ਬਾਕੀ ਮੱਝ ਜਿਸਲੇ ਬੱਚਾ ਮਰ ਜੇ, ਮੱਝ ਦਾ ਦੁੱਧ ਘੱਟ ਜੇ ਤੇ ਉਹ ਆਫ ਕੀਮਤ ਚਾਹੇ। ਅੱਛਾ ਬਾਕੀ ਰਹਿ ਗਈਆਂ ਭੇਡ ਬੱਕਰੀ। ਭੇਡ ਬੱਕਰੀ ਇੱਕ ਐਸਾ ਜਾਨਵਰ ਹੈ ਕਿ ਇਹ ਸਾਲ 'ਚ 2 ਵਾਰੀ ਬੱਚੇ ਦਿੰਦਾ। ਅੱਛਾ ਮਤਲਬ ਸਾਲ 'ਚ ਅਗਰ ਤੁਸੀਂ ਇੱਕ ਬੱਕਰੀ ਖਰੀਦਦੇ ਹੋ ਤੇ ਉਹ ਸਾਲ ਵਿੱਚ 5 ਬਣ ਜਾਂਦੀਆਂ। ਅੱਛਾ ਬਸ਼ਰਤੇ ਕਿ ਉਹਦਾ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਏ, ਉਹਨੂੰ ਖੁਰਾਕ ਬਿਹਤਰ ਦਿੱਤੀ ਜਾਏ, ਉਹਦਾ ਮੌਸਮ ਦਾ ਅੱਛਾ ਖਿਆਲ ਰੱਖਿਆ ਜਾਏ। ਅੱਛਾ ਤੇ ਉਹ ਨਾ ਬੜੀ ਗਰੋਥ ਕਰਦੀ ਹੈ। ਠੀਕ ਹੈ। ਬਿਮਾਰੀਆਂ ਦੇ ਖਿਲਾਫ ਉਹਦੀ ਕੁਵਤੇ ਮੁਦਾਫਿਅਤ ਭੇਡਾਂ ਦੀ ਅੱਛੀ ਹੈ, ਬੱਕਰੀਆਂ ਦੀ ਥੋੜ੍ਹੀ ਜਿਹੀ ਘੱਟ ਹੈ। ਅੱਛਾ ਠੀਕ ਹੈ ਜੀ। ਠੀਕ ਹੈ। ਤੇ ਫਿਰ ਇਹ ਅਗਰ ਇਹ ਭੇਡ ਬੱਕਰੀ ਨੂੰ ਅਗਰ ਕੋਈ ਬਿਮਾਰੀ ਆ ਗਈ ਹੈ ਤੇ ਕੋਲ ਸਾਡੇ ਵੈਟਰਨਰੀ ਹਸਪਤਾਲ ਨੇ ਬੜੇ ਜਾਂ ਸਾਡੇ ਫੀਲਡ ਵਰਕਰ ਨੇ, ਉਹਨਾਂ ਦਾ ਇਲਾਜ ਵੀ ਕਰਦੇ ਨੇ। ਅੱਛਾ ਤੇ ਬਾਕੀ ਇਹ ਵੇ ਕਿ ਅਗਰ ਉਹ ਫਰਜ਼ ਕਰੋ ਨਹੀਂ ਵੀ ਠੀਕ ਹੁੰਦੀ ਤੇ ਅਸੀਂ ਉਹਨੂੰ ਤਕਬੀਰ ਪਾ ਕੇ ਤੇ ਉਸੇ ਮੁੱਲ 'ਚ ਵੇਚ ਛੱਡਨੇ ਜਿੰਨੇ ਮੁੱਲ ਦੀ ਹੁੰਦੀ। ਅੱਛਾ ਉਹਦਾ ਘਾਟਾ ਨਹੀਂ ਪੈਂਦਾ। ਅੱਛਾ ਹਾਂ ਸਾਡੇ ਕੋਲ ਕਸਾਈ ਆ ਕੇ ਲੈ ਜਾਂਦੇ ਨੇ, ਚਲੋ ਜੀ ਤੁਹਾਡੀ ਭੇਡ ਬੱਕਰੀ ਲਾਲ ਹੋ ਗਈ ਹੈ ਤੇ ਅਸੀਂ ਲੈ ਜਾਂਦੇ ਹਾਂ, ਗੋਸ਼ਤ ਵਿਕ ਜਾਂਦਾ। ਠੀਕ ਹੈ। ਇਸ ਲਈ ਉਹ ਘਾਟਾ ਨਹੀਂ ਪਾਉਂਦੀ। ਠੀਕ ਹੈ। ਔਰ ਉਹਦਾ ਮੁਨਾਫਾ ਇੰਨਾ ਕੁ ਹੁੰਦਾ, ਕੋਈ 2 ਬੱਚੇ 5-4 ਬੱਚੇ ਦਿੰਦੀ ਸਾਲ 'ਚ, ਉਹ ਇੱਕ ਲਈਏ ਤੇ 5 ਬਣ ਜਾਂਦੀ। ਠੀਕ ਹੈ। ਇਸ ਲਈ ਇਹ ਭੇਡਾਂ ਬੱਕਰੀਆਂ ਦਾ ਕਾਰੋਬਾਰ ਜਿਹੜਾ ਉਹ ਮੁਨਾਫਾ ਬਖਸ਼। ਠੀਕ ਹੋ ਗਿਆ। ਤੁਸੀਂ ਨਿਚੋੜ ਕੱਢ ਕੇ ਦੱਸ ਰਿਹਾ ਚਾਚਾ। ਚਾਚਾ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਟਾਈਮ ਕੋਈ ਜਾਨਵਰ ਰੱਖੇ ਨੇ? ਮੇਰੇ ਕੋਲ 2 ਮੱਝਾਂ ਨੇ ਦੇਖਾਂ। ਤੇ ਤੁਸੀਂ ਮੱਝਾਂ ਤੇ ਗਾਵਾਂ ਰੱਖੀਆਂ ਨੇ, ਤੁਸੀਂ ਭੇਡ ਔਰ ਬੱਕਰੀਆਂ ਨਹੀਂ ਰੱਖੀਆਂ, ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੈ ਕਿ ਇੱਥੇ ਨਾ ਸਾਡੇ ਕੋਲ ਲੇਬਰ ਪ੍ਰੋਬਲਮ ਬੜੀ ਹੈ। ਅੱਛਾ ਮੈਂ ਭੇਡਾਂ ਆਉਂਦੀਆਂ ਨੇ ਤਾਂ ਮੈਨੂੰ ਲੇਬਰ ਕੋ ਨਹੀਂ ਸੀ। ਅੱਛਾ ਇਸ ਲਈ ਉਹ ਮੇਰੇ ਕੋਲ ਸਾਂਭੀਆਂ ਨਹੀਂ ਗਈਆਂ। ਅੱਛਾ ਭੇਡਾਂ ਬੱਕਰੀਆਂ ਨੂੰ ਜਿੰਨਾ ਚਿਰ ਬਾਹਰ ਚਰਾਇਆ ਨਾ ਜਾਏ ਤੇ ਕੁਝ ਇੱਥੇ ਰਕਬਾ ਬਹੁਤ ਤੰਗ ਹੈ। ਅੱਛਾ ਚਰਾਉਣ ਵਾਸਤੇ ਜਗ੍ਹਾ ਘੱਟ ਹੈ। ਠੀਕ ਹੈ। ਤੇ ਉਹ ਇਸ ਲਈ ਮੈਂ ਫਿਰ ਸੇਲ ਕਰ ਦਿੱਤੀ। ਠੀਕ ਹੈ। ਹੁਣ ਇਸ ਲਈ ਮੈਂ 2 ਮੱਝਾਂ ਰੱਖੀਆਂ ਨੇ। ਅੱਛਾ ਉਹਨਾਂ ਦਾ ਨਾ ਕੁਝ ਦੁੱਧ ਅਸੀਂ ਵੇਚ ਲੈਂਦੇ ਹਾਂ ਠੀਕ ਹੈ। ਤੇ ਕੁਝ ਘਰ ਖਾ ਲੈਂਦੇ ਹਾਂ। ਤੇ ਕਿਆ ਇਹੋ ਹੀ ਵਜ੍ਹਾ ਹੈ ਕਿ ਸਾਡੇ ਇਸ ਇਲਾਕੇ 'ਚ ਭੇਡਾਂ ਬੱਕਰੀਆਂ ਘੱਟ ਵੇਖਣ ਨੂੰ ਨਜ਼ਰ ਆਉਂਦੀਆਂ ਨੇ? ਹਾਲਾਂਕਿ ਮੰਨਿਆ ਹੋਇਆ ਹੈ ਸੱਚ ਹੈ ਕਿ ਇਹ ਮੁਨਾਫਾ ਬਖਸ਼ ਨੇ, ਇਸ ਦੇ ਬਾਵਜੂਦ ਵੀ ਇਸ ਪਾਸੇ ਲੋਕਾਂ ਨੇ ਮੱਝਾਂ ਹੀ ਰੱਖੀਆਂ ਨੇ, ਭੇਡਾਂ ਬੱਕਰੀਆਂ ਬਹੁਤ ਥੋੜੇ ਲੋਕਾਂ ਨੇ। ਭੇਡਾਂ ਬੱਕਰੀਆਂ ਇਸ ਲਈ ਨਹੀਂ ਰੱਖੀਆਂ ਲੋਕਾਂ ਜੀ, ਇੱਧਰ ਨਾ ਜਗ੍ਹਾ ਜਿਹੜੀ ਹੈ ਨਾ ਬਹੁਤ ਤੰਗ ਹੈ। ਇੱਕ ਤੇ ਜ਼ਿਮੀਂਦਾਰਾਂ ਘੱਟ ਹੈ, ਪਲਾਟਿੰਗ ਜ਼ਿਆਦਾ ਹੋ ਰਹੀ ਹੈ। ਅੱਛਾ ਜਿੰਨੇ ਜ਼ਮੀਨ ਹੈ ਲੋਕਾਂ ਦੀ ਉਹ ਪਲਾਟਿੰਗ ਕਰਕੇ ਵੇਚੀ ਜਾ ਰਹੇ ਨੇ। ਅੱਛਾ ਤੇ ਭੇਡ ਬੱਕਰੀ ਚੁਗਣ ਵਾਸਤੇ ਖੁੱਲੀ ਜਗ੍ਹਾ ਚਾਹੀਦੀ ਹੁੰਦੀ। ਠੀਕ ਹੈ। ਉਹਨੂੰ ਭਾਵੇਂ ਤੁਸੀਂ ਘਰ ਖੁਰਾਕ ਨਾ ਵੀ ਪਾਓ, ਉਹ ਬਾਹਰ ਚੋਗਾ ਹੋਵੇ ਤੇ ਗੁਜ਼ਾਰਾ ਕਰ ਲੈਂਦੇ। ਠੀਕ ਹੈ। ਹਾਂ ਤੇ ਇਸ ਲਈ ਇਹ ਹੀ ਵਜ੍ਹਾ ਹੈ ਕਿ ਸਾਡੇ ਇੱਥੇ ਜਗ੍ਹਾ ਘੱਟ। ਕਹਿੰਦੇ ਨੇ ਕਿ ਪਾਕਿਸਤਾਨ 'ਚ ਜਿਹੜਾ ਡੇਅਰੀ ਫਾਰਮਿੰਗ ਦਾ ਸ਼ੁਬਾ ਹੈ ਇਹਦੇ 'ਚ ਬੜਾ ਪੋਟੈਂਸ਼ੀਅਲ ਹੈ, ਤੇ ਤੁਹਾਡੀ ਗੱਲਬਾਤ ਤੋਂ ਇਹ ਨਜ਼ਰ ਆ ਰਿਹਾ ਕਿ ਮੱਝਾਂ ਦੇ ਕੰਮ 'ਚ ਇੰਨਾ ਖਾਸ ਫਾਇਦਾ ਨਹੀਂ ਹੈ। ਤੁਸੀਂ ਇਹਨਾਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਜਸਟੀਫਾਈ ਕਰੋਗੇ? ਇੱਕ ਮਸ਼ਹੂਰ ਕਹਾਵਤ ਹੋਈ ਕਿ ਪਾਕਿਸਤਾਨ 'ਚ ਅੱਜ ਕੱਲ੍ਹ ਸਿਰਫ ਡੇਅਰੀ ਦਾ ਸ਼ੋਬਾ ਹੀ ਕਾਮਯਾਬ ਜਾ ਰਿਹਾ, ਲੇਕਿਨ ਤੁਹਾਡੀ ਤਰ੍ਹਾਂ ਕਾਫੀ ਸਾਰੇ ਹੋਰ ਫਾਰਮਰਾਂ ਨੇ ਵੀ ਉਹਨਾਂ ਦੀ ਗੱਲਾਂ ਤੋਂ ਇਹੋ ਹੁੰਦਾ ਹੈ ਕਿ ਮੱਝਾਂ ਵਾਲਿਆਂ ਨੂੰ ਕੋਈ ਖਾਸ ਬਚਤ ਨਹੀਂ ਹੁੰਦੀ। ਦੇਖੋ ਜੀ ਮੱਝਾਂ ਵਾਲਿਆਂ ਨੂੰ ਇਸ ਲਈ ਬਚਤ ਨਹੀਂ ਹੁੰਦੀ ਕਿ ਜਿਹੜੀ ਇਹਨੂੰ ਖੁਰਾਕ ਉਹ ਕਾਫੀ ਮਹਿੰਗੀ ਹੈ ਤੇ ਦੁੱਧ ਦਾ ਰੇਟ ਕੋਈ ਨਹੀਂ। ਅੱਛਾ ਮਤਲਬ ਵੰਡਾ ਤੁਸੀਂ ਲੈ ਲਓ, ਪੱਠੇ ਲੈ ਲਓ,
ਜਿਹੜੀ ਵੀ ਖੁਰਾਕ ਮੱਝਾਂ ਨੂੰ ਪੈਂਦੀ ਹੈ ਅੱਛਾ ਉਹ ਬਹੁਤ ਕਾਸਟਲੀ ਹੈ। ਅੱਛਾ ਮਤਲਬ ਬੜੇ ਪੈਸੇ ਲੱਗਦੇ ਨੇ ਉਹਦੇ 'ਤੇ। ਉਹ ਜਿੰਨਾ ਕੁ ਮੱਝ ਦਾ ਦੁੱਧ ਦਿੰਦੀ ਹੈ ਉਹਦੇ ਨਾਲ ਉਹ ਜ਼ਿਆਦਾ ਖਰਚਾ ਖਾ ਜਾਂਦੀ, ਠੀਕ ਹੈ, ਇਸ ਲਈ ਉਹ ਫਾਰਮਰ ਨੂੰ ਕੋਈ ਮੁਨਾਫਾ ਹੁੰਦਾ। ਠੀਕ ਹੈ। ਅੱਛਾ ਸਰ, ਤੁਸੀਂ ਦੱਸਿਆ ਕਿ ਬੱਕਰੀਆਂ ਤੁਸੀਂ ਰੱਖੀਆਂ ਔਰ ਉਹਨਾਂ ਨੂੰ ਛੱਡ ਦਿੱਤਾ ਜੀ, ਸਿਰਫ ਲੇਬਰ ਦੇ ਸਿਰਫ ਲੇਬਰ ਪ੍ਰੋਬਲਮ ਸੀ ਜਾਂ ਫਿਰ ਜਗ੍ਹਾ ਕੋਈ ਨਹੀਂ ਚੁਗਣ ਵਾਸਤੇ। ਥੋੜੀ ਜੀ ਫਿਜ਼ੀਬਿਲਿਟੀ ਦੱਸ ਦਿਓ ਸਾਨੂੰ ਕਿ ਤੁਹਾਡਾ ਤੇ ਵੋਟ ਬੱਕਰੀਆਂ ਦੇ ਹੱਕ 'ਚ ਹੀ ਹੈ, ਜੀ ਲੇਕਿਨ ਕਿਸੇ ਐਸੇ ਨਪੋਲ ਬੰਦੇ ਨੂੰ ਦੱਸ ਦਿਓ ਕਿ ਬਈ ਅਗਰ ਇਹ ਕੰਮ ਕਰਨਾ ਹੀ ਤੇ ਇਸ ਤਰ੍ਹਾਂ ਕਰੀ ਤੂੰ ਕਾਮਯਾਬ ਹੋ ਜਾਏਗਾ। ਦੇਖੋ ਜੀ, ਮੈਂ ਇਹ ਹੀ ਆਖਣਾ ਚਾਹਾਂਗਾ ਕਿ ਜਿਹੜਾ ਬੰਦਾ ਭੇਡ ਬੱਕਰੀ ਰੱਖਣਾ ਚਾਹੁੰਦਾ ਉਹਨੂੰ ਇੱਕ ਤਾਂ ਜਗ੍ਹਾ ਚਾਹੀਦੀ ਹੈ ਉਹਨੂੰ ਚੁਗਣ ਵਾਸਤੇ। ਠੀਕ ਹੈ, ਠੀਕ ਹੈ ਜੀ। ਤੇ ਦੂਸਰੀ ਗੱਲ ਇਹ ਕਿ ਉਹਦੀ ਥੋੜੀ ਜੀ ਬਿਮਾਰੀਆਂ ਦੀ ਹਿਫਾਜ਼ਤ ਕਰ ਲਵੇ। ਕਿਹੜੀ ਕਿਹੜੀ ਮੇਜਰ ਬਿਮਾਰੀ ਨੂੰ ਲੱਗਦੀ? ਮਤਲਬ ਬੱਕਰੀ ਨੂੰ ਲੱਗਦੀ ਹੈ ਇੰਟਾਰੋਟੌਕਸੀਮੀਆ। ਉਹ ਕੀ ਚੀਜ਼ ਹੁੰਦੀ ਪੰਜਾਬੀ ਸਮਝਾਓ। ਇੰਟਾਰੋਟੌਕਸੀਮੀਆ ਹੁੰਦੀ ਹੈ, ਡਾਇਰੀਆ ਲੱਗ ਜਾਂਦਾ ਜਾਨਵਰ ਨੂੰ। ਠੀਕ ਹੈ। ਖਾਸ ਕਰ ਸਰਦੀ ਦੇ ਦਿਨਾਂ 'ਚ ਆਉਂਦੀ ਹੈ। ਉਹਦੀ ਵੈਕਸੀਨ ਜਿਹੜੀ ਹੈ ਨਾ ਉਹ ਛੋਟੇ ਬੱਚੇ ਤੋਂ ਲੈ ਕੇ ਵੱਡੇ ਜਾਨਵਰ ਤੱਕ ਕਰਾਉਣੀ ਚਾਹੀਦੀ। ਹਾਂ, ਇਹਦੇ ਵਿੱਚ ਜ਼ਿਆਦਾ ਮੋਹਲਕ ਹੁੰਦੀ ਹੈ ਉਹ। ਕੀ ਹਾਮਲਾ ਬੱਕਰੀਆਂ ਨੂੰ ਕਰਾਈ ਜਾ ਸਕਦੀ ਜੀ, ਹਾਮਲਾ ਬੱਕਰੀਆਂ ਨੂੰ ਵੈਕਸੀਨ ਕਰਾਈ ਜਾ ਸਕਦੀ ਹੈ। ਇੰਟਾਰੋਟੌਕਸੀਮੀਆ, ਹਾਂਜੀ, ਇਹ ਸਰਦੀਆਂ 'ਚ ਬਚਾਉਂਦੀ ਉਹਨਾਂ ਨੂੰ। ਸਰਦੀ ਤੋਂ ਬਚਾਉਂਦੀ ਹੈ। ਇੰਟਾਰੋਟੌਕਸੀਮੀਆ ਜਿਹੜੀ ਆਉਂਦੀ ਜ਼ਿਆਦਾ ਸਰਦੀ ਵਿੱਚ। ਠੀਕ ਹੈ। ਮੇਨ ਤੁਹਾਡੀ ਨਜ਼ਰ 'ਚ ਇਹੀ ਇੱਕ ਮਸਲਾ ਹੈ ਕਿ ਉਹ ਜ਼ਿਆਦਾ ਬੱਕਰੀਆਂ ਮਰਦੀਆਂ ਨੇ। ਜ਼ਿਆਦਾ ਬੱਕਰੀਆਂ ਇੰਟਾਰੋਟੌਕਸੀਮੀਆ ਨਾਲ ਮਰਦੀਆਂ। ਤੇ ਜਿਹੜਾ ਉਂਝ ਉਹਨਾਂ ਦੀਆਂ ਅੱਖਾਂ ਜਾਂ ਮੂੰਹ ਖਰਾਬ ਹੋ ਜਾਂਦਾ ਹੈ ਮਤਲਬ ਉਹ ਮਾਤਾ ਇੱਕ ਆਮ ਜੀ ਬਿਮਾਰੀ ਹੈ। ਮਤਲਬ ਥੋੜਾ ਜਿਹਾ ਵੀ ਉਹਦਾ ਧਿਆਨ ਰੱਖ ਲਿਆ ਜਾਏ ਕਿ ਸਵੇਰੇ ਜ਼ਰਾ ਜਿਹੜਾ ਸਾਡੀ ਨਮੀ ਹੁੰਦੀ ਹੈ ਥੋੜੀ ਜਿਹੀ ਖੁਸ਼ਕ ਹੋ ਜਾਏ ਤੇ ਉਹਨਾਂ ਨੂੰ ਖੋਲ ਕੇ ਤੁਸੀਂ ਬਾਹਰ ਕੱਢ ਲਓ ਤੇ ਉਹਨਾਂ ਨੂੰ ਮਾਤਾ ਨਹੀਂ ਨਿਕਲਦੀ। ਇੱਕ ਹੋਰ ਮਸਲਾ, ਅਗਰ ਮਾਤਾ ਨਿਕਲ ਵੀ ਪੈਂਦੀ ਹੈ ਤੇ ਫਿਰ ਉਹਦੀ ਨਾ ਉਹਦਾ ਕਾਬਲੇ ਇਲਾਜ ਹੈ। ਕੀ ਇਲਾਜ? ਉਹ ਬਸ ਇਹ ਵੇ ਕਿ ਤੁਸੀਂ ਕੋਈ ਅੱਛਾ ਐਂਟੀਬਾਇਓਟਿਕ ਲਾ ਲਓ, ਕੋਈ ਦਵਾਈ ਸ਼ੇ ਉੱਤੇ ਲਾ ਲਓ, ਮਾਤਾ ਠੀਕ ਹੋ ਜਾਂਦੀ। ਤੇ ਜਿਹੜਾ ਉਹ ਲੰਗਾਣਾ ਸ਼ੁਰੂ ਕਰ ਦਿੰਦੀਆਂ ਨੇ ਅਕਸਰ ਕਹਿੰਦੇ ਨੇ ਕਿ ਉਹ ਅਕਸਰ ਇਹ ਨਾ ਇਹ ਲੰਗਾਣ ਵਾਲੀ ਜਿਹੜੀ ਨਾ ਇਹ ਇੱਕ ਬਿਮਾਰੀ ਹੁੰਦੀ ਹੈ ਮੌਰੀ, ਉਹਨੂੰ ਅਸੀਂ ਨੇ ਪੰਜਾਬੀ 'ਚ। ਅੱਛਾ। ਮੌਰੀ ਦਾ ਮਤਲਬ ਹੁੰਦਾ ਉਹਨਾਂ ਦੇ ਖੁਰਾਂ ਦੇ ਉੱਤੇ ਇੱਕ ਨਾ ਫਿੰਸੀ ਜੀ ਨਿਕਲ ਪੈਂਦੀ ਹੈ, ਫੋੜਾ ਜਿਹਨੂੰ ਕਹਿੰਦੇ। ਉਹ ਖਾਸ ਕਰ ਜ਼ਿਆਦਾ ਜਿਹੜੇ ਗਿੱਲੀ ਜ਼ਮੀਨ ਹੋਵੇ ਨਾ ਤੇ ਉਸ ਨੂੰ ਜ਼ਿਆਦਾ ਨਿਕਲਦੀ। ਅਗਰ ਉਹ ਖੁਸ਼ਕੇ 'ਤੇ ਰਹਿਣ, ਇਹ ਜਾਨਵਰ ਖੁਸ਼ਕੀ ਦੇ ਜਗ੍ਹਾ 'ਤੇ ਰਹਿਣਾ ਪਸੰਦ ਕਰਦਾ। ਅਗਰ ਉਹ ਖੁਸ਼ਕ ਜਗ੍ਹਾ 'ਤੇ ਰਹਿਣ ਤਾਂ ਉਹ ਨਹੀਂ ਨਿਕਲਦੀ। ਠੀਕ ਹੋ ਗਿਆ। ਤੇ ਕਿੰਨੀ ਜਗ੍ਹਾ ਦਰਕਾਰ ਹੁੰਦੀ ਜੇ ਇਹਨਾਂ ਵਾਸਤੇ? ਅਗਰ ਕਿਸੇ ਨੇ 50 ਬੱਕਰੀਆਂ ਰੱਖਣੀਆਂ ਨੇ, ਉਹ ਕਿੰਨੀ ਕੁ ਉਹਦੇ ਕੋਲ ਜਗ੍ਹਾ ਹੈ ਓਪਨ, ਤੇ ਕਿੰਨੀ ਹੋਏ ਜਿਹੜੀ ਉਹਨੇ ਕੱਜੀ ਹੋਏ ਜਿਹਦੇ ਵਿੱਚ ਰੱਖਣਾ ਰਾਤ ਨੂੰ ਬੰਨਣਾ? ਮੇਰਾ ਖਿਆਲ 4 ਫੁੱਟ ਫੀ ਮਰਬਾ ਇੱਕ ਬੱਕਰੀ ਦੀ ਦਰਕਾਰ ਹੈ। ਠੀਕ ਹੋ ਗਿਆ। ਅੱਗੋਂ ਜਿੰਨੀਆਂ ਉਹਨੇ ਬੱਕਰੀਆਂ ਰੱਖਣੀਆਂ ਉਹਦੇ ਮੁਤਾਬਕ। ਤੇ ਜਦੋਂ ਬੱਕਰੀ ਜਿਹੜੀ ਹੈ ਉਹਨੂੰ ਸੁੱਕੀ ਜਗ੍ਹਾ ਤੇ ਵੀ ਜ਼ਾਹਰ ਹੈ ਜਦੋਂ ਭੇਜਣੀ ਹੈ ਇੱਕ ਜਗ੍ਹਾ ਤੇ ਉਹਨੂੰ ਸੁੱਕੀ ਤੇ ਵੀ ਕਰਨਾ, ਉਹਨੂੰ ਸਾਈਡ ਤੇ ਵੀ ਕਰਨਾ, ਉਹ ਵੀ ਅਲੱਗ ਤੋਂ ਰੱਖੀ ਜਾਏ ਯਾਨੀ ਕਿ ਉਹਦਾ ਇਹ ਵੇ ਕਿ ਉਹ ਜਿਹੜਾ ਨਾ ਉਹਦਾ ਫਾਰਮ ਜੀ ਉਹਨੂੰ ਥੋੜਾ ਢਲਵਾਨ ਰੱਖ ਲਿਆ ਜਾਏ। ਅੱਛਾ। ਮਤਲਬ ਇਹਨਾਂ ਦਾ ਜਿਹੜਾ ਨਾ ਪਿਸ਼ਾਬ ਉਹ ਰਿੜ ਕੇ ਜਾ ਕੇ ਇਕੱਠਾ ਹੋ ਜਾਂਦਾ, ਛਪੜੀ ਜੀ ਬਣ ਜਾਂਦੀ ਹੈ। ਹਾਂ। ਤੇ ਉਹ ਲਹਿਦਾ ਟੁੱਟ ਜੇ ਤੇ ਇੱਕ ਖੁਸ਼ਕ ਜਗ੍ਹਾ ਮਤਲਬ ਥੋੜੀ ਜਿਹੀ ਉੱਚੀ ਹੋਵੇ। ਜਿਹੜਾ ਖੁਸ਼ਕ, ਇਹ ਬੱਕਰੀਆਂ ਦੀ ਆਦਤ ਹੈ ਕਿ ਇਹ ਖੁਸ਼ਕ ਜਗ੍ਹਾ 'ਤੇ ਬਹਿਣਾ ਪਸੰਦ ਕਰਦੀਆਂ। ਬਿਲਕੁਲ। ਜਾਂ ਫਿਰ ਇਹ ਵੇ ਕਿ ਰੇਤ ਥੱਲੇ ਸਟਾ ਕੇ ਜਗ੍ਹਾ ਨੂੰ ਖੁਸ਼ਕ ਕਰ ਲਿਆ ਜਾਏ। ਤੇ ਦੂਸਰੀ ਗੱਲ ਇਹ ਵੇ ਕਿ ਇਹ ਆਮਲਾ ਬੱਕਰੀ ਜਿਹੜੀ ਖਾਸ ਕਰ ਭੇਡ ਤੇ ਬੱਕਰੀ ਆਮਲਾ, ਇਹ ਖੁਸ਼ਕ ਜਗ੍ਹਾ ਤੇ ਪੋਲੀ ਜਗ੍ਹਾ 'ਤੇ ਬਹਿਣਾ ਪਸੰਦ ਕਰਦੀ। ਠੀਕ ਹੋ ਗਿਆ। ਅਗਰ ਤੁਸੀਂ ਇਹਨੂੰ ਪੱਕੀ ਜਗ੍ਹਾ 'ਤੇ ਬੰਨੋਗੇ ਤਾਂ ਤਕਲੀਫ ਹੋ ਜਾਏਗੀ। ਸਹੀ ਹੋ ਗਿਆ। ਤੇ ਤੁਸੀਂ ਕੀ ਸੁਜੈਸਟ ਕਰੋਗੇ? ਥੱਲੇ ਰੇਤ ਹੋਣੀ ਚਾਹੀਦੀ ਇਹਨਾਂ ਦੇ? ਜੀ, ਮੇਰਾ ਖਿਆਲ ਹੈ ਕਿ ਰੇਤ ਚੰਗੀ ਗੱਲ। ਠੀਕ ਹੋ ਗਿਆ। ਬੱਕਰੀ ਕਿਹੜੀ ਨਸਲ ਦੀ ਸਾਡੇ ਇਲਾਕੇ ਵਿੱਚ, ਅਸੀਂ ਇਸ ਟਾਈਮ ਵਜ਼ੀਰਾਬਾਦ ਬੈਠੇ ਹਾਂ, ਤੁਹਾਡੀ ਨਜ਼ਰ 'ਚ ਸਭ ਤੋਂ ਅੱਛੀ ਇੱਥੇ ਬੱਕਰੀ ਜਿਹੜੀ ਰਵੇ, ਉਹ ਦੁੱਧ ਵੀ ਦੇ ਔਰ ਬੱਚੇ ਵੀ ਦੇ, ਉਹ ਕਿਹੜੀ ਬੱਕਰੀ? ਮੇਰਾ ਖਿਆਲ ਹੈ ਜੀ ਬੀਤਲ ਨਸਲ ਬੱਕਰੀ ਜਿਹੜੀ ਬਹੁਤ ਅੱਛੀ ਹੈ। ਉਹ ਦੁੱਧ ਦੇ ਲਿਹਾਜ਼ ਨਾਲ ਉਹਦੇ ਬੱਚੇ ਵੀ ਚੰਗੇ ਕਾਦਾਵਰ ਹੁੰਦੇ ਨੇ ਤੇ ਉਹ ਵਿਕ ਵੀ ਜਾਂਦੇ ਨੇ ਅੱਛੇ ਮੁੱਲ ਨਾਲ। ਇਹ ਵੀ ਸਾਲ 'ਚ 2 ਵਾਰੀ ਬੱਚਾ ਦਿੰਦੀ ਹੈ? ਜੀ, ਇਹ ਵੀ ਸਾਲ 'ਚ 2 ਵਾਰੀ। ਠੀਕ ਹੋ ਗਿਆ ਸਰ, ਤੁਸੀਂ ਬੜੀ ਕੀਮਤੀ ਗੁਫ਼ਤਗੂ ਕੀਤੀ ਸਾਡੇ ਨਾਲ। ਬੱਕਰੀ ਕੋਈ ਵੀ ਹੈ ਨਾ ਜੀ, ਬੱਕਰੀ ਜਾਂ ਭੇਡ, ਉਹ ਸਾਲ 'ਚ 2 ਵਾਰੀ ਸੂਏਗੀ। ਮਤਲਬ ਭੇਡ ਜਿਹੜੀ ਉਹ 5 ਮਹੀਨੇ ਤੋਂ ਬਾਅਦ ਸੂ ਪੈਂਦੀ ਹੈ, ਬੱਕਰੀ ਜਿਹੜੀ ਉਹ 6 ਮਹੀਨੇ ਤੋਂ ਬਾਅਦ ਸੂ। ਲੇਕਿਨ ਇੱਕ ਟੈਕਨੀਕਲ ਇੱਥੇ ਮਸਲਾ ਹੈ, ਤੁਸੀਂ ਤੇ ਬੜਾ ਕੰਮ ਕੀਤਾ ਇਸ ਹਵਾਲੇ ਨਾਲ। ਜਿਹੜੇ ਵੱਡੇ ਫਾਰਮਰ ਨੇ, ਅਸਾਂ ਉਹਨਾਂ ਦੇ ਕੋਲੋਂ ਸੁਣਿਆ ਜਿਹਨਾਂ ਸੂਆਂ ਦੀ ਤਾਦਾਦ 'ਚ ਬੱਕਰੀਆਂ ਰੱਖੀਆਂ ਹੁੰਦੀਆਂ ਨੇ, ਉਹ ਕਹਿੰਦੇ ਨੇ ਕਿ ਅਸੀਂ ਸਾਲ 'ਚ 1 ਸੂਆ ਲੈਂਦੇ ਹਾਂ, 2 ਇਸ ਵਾਸਤੇ ਨਹੀਂ ਲੈਂਦੇ ਕਿ ਬੱਕਰੀ ਕਮਜ਼ੋਰ ਹੋ ਜਾਂਦੀ ਹੈ ਔਰ ਉਹ ਬੱਚੇ ਦੀ ਗਰੋਥ ਵੀ ਉਂਝ ਨਹੀਂ ਹੁੰਦੀ। ਤੁਹਾਡਾ ਕੀ ਇਸ ਬਾਰੇ 'ਚ ਖਿਆਲ ਹੈ? ਜੀ, ਉਹ ਮਾਲਕ ਦੀ ਆਪਣੀ ਮਰਜ਼ੀ ਹੈ। ਅਗਰ ਉਹ ਚਾਹੇ ਤਾਂ ਸਾਲ 'ਚ 1 ਵੀ ਸੂਆ ਲੈ ਲੇ। ਮਤਲਬ ਅਗਰ ਉਹ ਸਮਝਦਾ ਕਿ ਮੇਰੀ ਬੱਕਰੀ ਕਮਜ਼ੋਰ ਹੋ ਗਈ ਹੈ, 1 ਸੂਆ ਲੈ ਕੇ ਉਹਨੂੰ ਛੱਡ ਦੇਵੇ, ਬਸ ਠੀਕ ਹੈ। ਦੂਸਰਾ ਸੂਆ ਅਗਲੇ ਸਵੇਰ ਸਿਰ ਪਈ, ਉਹਦੇ ਫਿਰ ਬੱਚੇ ਵੱਡੇ ਹੋ ਜਾਂਦੇ ਨੇ, ਫਿਰ ਬੱਚਿਆਂ ਦੀ ਹਿਫਾਜ਼ਤ ਕਰਨੀ ਜਿਹੜੀ ਸੌਖੀ ਹੋ ਜਾਂਦੀ। ਅਗਰ ਸਾਲ 'ਚ 2 ਸੂਏ ਲਵਾਂਗੇ ਜੀ, ਪਹਿਲੇ ਬੱਚੇ ਚੂੰਕਿ ਛੋਟੇ ਹੋਣਗੇ ਤੇ ਉਹ ਛੋਟਿਆਂ ਦੀ ਉਹ ਪਰਵਰਿਸ਼ ਤੇ ਉਹ ਅੱਗੇ ਨਾਲ ਹੋਰ ਰਲ ਜਾਣਗੇ, ਫਿਰ ਜ਼ਿਆਦਾ ਪ੍ਰਾਪਤ ਹੋਣਗੇ। ਤੁਹਾਡਾ ਵੈਸੇ ਕੀ ਨਿਚੋੜ ਹੈ ਕਿ 2 ਹੀ ਲੈਣੇ ਚਾਹੀਦੇ ਨੇ ਜਾਂ 1? ਨਹੀਂ, ਮੇਰਾ ਤਾਂ ਖਿਆਲ ਹੈ ਅਗਰ ਅੱਛਾ ਮਾਹੌਲ ਹੈ ਤੇ ਫਿਰ 2 ਬੱਚੇ ਲੈਣੇ, 2 ਸੂਏ ਲੈਣੇ ਚਾਹੀਦੇ ਬੱਕਰੀ। ਯਾਨੀ ਕਿ ਜਾਨਵਰ ਸਿਹਤਮੰਦ ਹੈ ਔਰ ਤੁਸੀਂ ਸੰਭਾਲ ਵੀ ਸਕਦੇ ਹੋ। ਠੀਕ ਹੋ ਗਿਆ। ਮਤਲਬ ਇਹ ਤਾਂ ਇੱਕ ਬੰਦੇ ਦੀ ਮਜਬੂਰੀ ਹੈ ਨਾ, ਬਈ ਉਹ ਸਾਂਭ ਨਹੀਂ ਸਕਦਾ ਜਾਂ ਉਹਦੇ ਕੋਲ ਜਗ੍ਹਾ ਥੋੜੀ ਹੈ ਤੇ ਫਿਰ ਤੇ 1 ਸੂਆ ਲਵੇ, ਵਰਨਾ ਤਾਂ ਕੋਈ ਫਾਇਦਾ ਨਹੀਂ 1 ਸੂਆ ਲੈਣ ਦਾ। ਠੀਕ ਹੋ 2 ਸੂਏ ਲਏਗਾ ਜ਼ਿਆਦਾ ਫਾਇਦਾ ਹੋਏਗਾ, ਮੁਨਾਫਾ ਜ਼ਿਆਦਾ ਹੋਏਗਾ। ਠੀਕ ਹੈ ਸਰ, ਤੁਸੀਂ ਬੜੀ
ਮੁਫੀਦ ਸਾਡੇ ਨਾਲ ਗੱਲਬਾਤ ਕੀਤੀ ਹੈ। ਬਹੁਤ ਸ਼ੁਕਰੀਆ, ਜਜ਼ਾਕੱਲਾ। ਸ਼ੁਕਰੀਆ ਜੀ।